ਕੈਪਟਨ ਸਾਹਿਬ ਤਾਂ ਅਲੱਗ ਹੋ ਗਏ ਨੇ ਕਾਂਗਰਸ ਪਾਰਟੀ ਦੇ। ਹੁਣ ਤੁਹਾਨੂੰ ਕੈਪਟਨ ਬਣਾਤਾ, ਤੁਹਾਡੇ ਪੋਸਟਰਾਂ 'ਤੇ ਵੀ ਕੈਪਟਨ ਲਿਖਿਆ, ਪ੍ਰਗਟ ਸਿੰਘ ਕੈਪਟਨ। ਮੈਂ ਇਹ ਕੋਸ਼ਿਸ਼ ਕਰਦਾ ਹੁੰਦਾ ਕਿ ਪਹਿਲਾਂ ਕਮਰੇ 'ਚ ਬਹਿ ਕੇ ਦੱਸਿਆ ਜਾਵੇ ਵੀ ਆਹ ਕੰਮ ਨਹੀਂ ਕਰਨ ਦੀ ਜ਼ਰੂਰਤ। ਉਹਦੇ ਤੋਂ ਬਾਅਦ ਹੌਲੀ ਹੌਲੀ ਫਿਰ ਮੈਂ ਕਿਤੇ ਨਾ ਕਿਤੇ ਚਿੱਠੀ ਪੱਤਰ ਲਿਖ ਲੈਣਾ। ਸੁਨੀਲ ਜਾਖੜ ਦੀ ਤਸਵੀਰ ਤੁਸੀਂ ਲਗਾਈ ਹੋਈ ਹੈ ਉਹਨੂੰ ਪੋਸਟਰ ਦੇ ਵਿੱਚ, ਬਾਕੀ ਹਲਕਿਆਂ ਵਿੱਚ ਕਿਤੇ ਦਿਖਾਈ ਦਿੰਦੀ ਨਹੀਂ। ਮੈਂ ਹਮੇਸ਼ਾ ਜ਼ਿੰਦਗੀ ਦੇ ਵਿੱਚ ਅੱਧਾ ਗਲਾਸ ਭਰਿਆ ਹੋਇਆ ਦੇਖਦਾ, ਅੱਧਾ ਖਾਲੀ ਨਹੀਂ ਦੇਖਦਾ, ਕਿਉਂਕਿ ਜਦੋਂ ਤੁਸੀਂ ਉਹਦੀਆਂ ਬੁਰਾਈਆਂ ਬੰਦੇ ਦੀਆਂ ਦੇਖਣ ਲੱਗ ਪਓਗੇ ਫਿਰ ਤੁਸੀਂ ਉਹਨੂੰ ਡਿਫਰੈਂਟ ਐਂਗਲ ਨਾਲ ਦੇਖਦੇ ਆ। ਤੁਸੀਂ ਜਦੋਂ ਵੀ ਵਿਰੋਧ ਕੀਤਾ ਕੈਪਟਨ ਸਾਹਿਬ ਦਾ, ਬਾਅਦ 'ਚ ਸਿੱਧੂ ਸਾਹਿਬ ਨਾਲ ਖੜੇ ਨਜ਼ਰ ਆਏ ਹੋ। ਜੇ ਹੁਣ ਚੰਨੀ ਸਾਹਿਬ ਦੇ ਤੇ ਕੈਪਟਨ ਸਾਹਿਬ ਦੇ ਕੰਮਾਂ ਦੇਖਣਾ ਹੋਵੇ ਤਾਂ ਕੀ ਲੱਗਦਾ ਵੀ ਦੋਨੋਂ ਨੂੰ ਕਿੱਥੇ ਕਿਹੜੇ ਸਥਾਨ 'ਤੇ ਰੱਖੋਗੇ? ਪਹਿਲਾਂ ਸਾਨੂੰ ਖੁਦ ਨਹੀਂ ਸੀ ਲੱਗਦਾ ਵੀ ਇਹ ਲੋਕਾਂ ਦੀ ਸਰਕਾਰ ਹੈ, ਕਿਉਂਕਿ ਇੱਕ ਬਾਬੂਡਮ ਦੇ ਵਿੱਚ ਇੱਕ ਉਸ ਘੇਰੇ ਦੇ ਵਿੱਚ ਰਹਿ ਕੇ ਉਹ ਸਰਕਾਰ ਚੱਲਦੀ ਸੀਗੀ। ਮੁੱਖ ਮੰਤਰੀ ਕਿਹਨੂੰ ਹੁਣ ਬੰਨਾ ਦੇਖਣਾ ਚਾਹੁੰਦੇ ਹੋ, ਸਿੱਧੂ ਸਾਹਿਬ ਨੂੰ ਕਿ ਚੰਨੀ ਸਾਹਿਬ ਨੂੰ? ਚੀਫ ਮਿਨਿਸਟਰ ਇੱਕ MLA ਹੁੰਦਾ ਤੇ ਇੱਕ ਮਿਨਿਸਟਰ ਨਾਲ ਹੁੰਦਾ, ਇਹੀ ਹੁੰਦਾ ਨਾ। ਉਹ ਵੀ MLA ਆ ਤੇ ਮਿਨਿਸਟਰ ਹੀ ਆ, ਉਹ ਵੀ ਬੰਦਾ ਹੀ ਆ। ਤੇ ਫਿਰ ਅਸੀਂ ਕਈ ਵਾਰੀ ਉਹਨੂੰ ਲਾਰਜਰ ਦੈਨ ਲਾਈਫ ਬਣਾ ਕੇ ਏਡਾ ਵੱਡਾ ਬਣਾ ਦਿੰਦੇ ਆ। ਇਹ ਬਿਊਰੋਕਰੈਟ ਵੀ ਕਿਤੇ ਨਾ ਕਿਤੇ ਖਰਾਬੀਆਂ ਕਰਦੇ। ਚੰਨੀ ਸਾਹਿਬ ਤਾਂ ਕਹਿ ਰਹੇ ਨੇ ਕਿ ਜੇ ਕਾਂਗਰਸ ਪਾਰਟੀ CM ਦਾ ਚਿਹਰਾ ਨਹੀਂ ਦੇਗੀ ਹੋ ਸਕਦਾ ਨੁਕਸਾਨ ਹੋਵੇ। ਇਹ ਇੱਕ ਇਹੋ ਜਿਹਾ ਤਾਜ ਆ ਜਿਹੜਾ ਬੇਸਿਕਲੀ ਤੁਹਾਨੂੰ ਡਿਲੀਵਰੀ ਮੰਗਦਾ ਹੈਗਾ। ਤੁਸੀਂ ਇਹ ਥੋੜੀ ਆ ਕਿ ਉਸ ਕੁਰਸੀ ਤੇ ਬਹਿ ਗਏ ਤੇ ਫਿਰ ਡਿਲੀਵਰ ਕੌਣ ਕਰੂਗਾ? ਉਹ ਵੀ ਤਾਂ ਜ਼ਿੰਮੇਵਾਰੀ ਤੁਹਾਡੀ ਆ ਨਾ। ਕਹਿੰਦੇ ਵੀ ਪ੍ਰਗਟ ਸਿੰਘ ਤਾਂ ਬੋਲਦੇ ਨਹੀਂ, ਜੇ ਬੋਲਦੇ ਨੇ ਚਿੱਠੀ ਦਾ ਹੀ ਇਹੋ ਜਿਹਾ ਧਮਾਕਾ ਕਰਦੇ ਨੇ ਵੀ ਕੰਨ ਜਿਹੜੇ ਹੈਗੇ ਨੇ ਉਹ ਸੁੰਨ ਕਰ ਦਿੰਦੇ ਨੇ, ਆਪਣੀ ਪਾਰਟੀ ਦੇ ਵੀ ਤੇ ਵਿਰੋਧੀ ਪਾਰਟੀ ਦੇ ਵੀ। ਮੈਂ ਤਾਂ ਕਈ ਵਾਰੀ ਛੋਟੇ ਤੋਂ ਛੋਟਾ ਬੰਦਾ ਜਿਹੜਾ ਈਵਨ PN ਹੈ, ਮੈਂ ਤਾਂ ਉਹਦੇ ਤੋਂ ਵੀ ਕਈ ਵਾਰੀ ਡਿਸਕਸ ਕਰ ਲੈਣਾ ਕਿ ਯਾਰ ਹੋ ਸਕਦਾ ਉਹਦਾ ਜ਼ਿੰਦਗੀ ਦਾ ਤਜਰਬਾ ਕੋਈ ਇਹੋ ਜਿਹਾ ਹੋਵੇ ਜਿਹਦੇ ਨਾਲ ਸਮਾਜ ਨੂੰ ਕਿਤੇ ਫਾਇਦਾ ਹੋ ਸਕਦਾ ਹੋਵੇ ਤੇ ਲੈ ਲੈਣਾ ਚਾਹੀਦਾ। ਅਲੱਗ-ਅਲੱਗ ਤਰੀਕੇ ਨਾਲ ਉਮੀਦਵਾਰ ਜੋ ਹੈ ਪ੍ਰਚਾਰ ਤਾਂ ਕਰਦੇ ਨੇ, ਪਰ ਉਸ ਦੇ ਨਾਲ ਦਾਅਵੇ ਵੀ ਕਰਦੇ ਨੇ ਕਿ ਉਹ ਜਿੱਤ ਕੇ ਦੁਬਾਰਾ ਸੱਤਾ ਦੇ ਵਿੱਚ ਸਰਕਾਰ ਨੂੰ ਲੈ ਕੇ ਆਉਣਗੇ। ਪ੍ਰਗਟ ਸਿੰਘ ਸਾਡੇ ਨਾਲ ਨੇ, ਆਪਾਂ ਨਾਲ ਗੱਲਬਾਤ ਕਰਾਂਗੇ। ਸਰ ਬਹੁਤ ਸਵਾਗਤ ਹੈ ਪੰਜਾਬ ਨਿਊਜ਼। ਥੈਂਕ ਯੂ ਜੀ। ਕਿੱਦਾਂ ਚੱਲ ਰਿਹਾ ਕੰਪੇਨ? ਬਹੁਤ ਵਧੀਆ ਹੁੰਗਾਰਾ। ਮੇਰੀ ਹਮੇਸ਼ਾ ਹੀ ਜਿਹੜੀ ਰਾਜਨੀਤੀ ਹੁੰਦੀ ਉਹ ਮੁੱਦਿਆਂ ਦੀ ਹੁੰਦੀ ਆ, ਔਰ ਜਿੱਥੇ ਕਿਤੇ ਅਸੀਂ ਵੀ ਗਲਤੀਆਂ ਕਰਦੇ ਹਾਂ ਮੈਂ ਤਾਂ ਉਹਨੂੰ ਵੀ ਮੰਨ ਲੈਂਦਾ ਹੁੰਦਾ ਵੀ ਆਹ ਗਲਤੀ ਹੋਈ ਆ, ਇਹਨੂੰ ਆਉਣ ਵਾਲੇ ਸਮੇਂ 'ਚ ਠੀਕ ਕੀਤਾ ਜਾਊਗਾ। ਔਰ ਜਿਹੜੀਆਂ ਗੱਲਾਂ ਠੀਕ ਹੋਈਆਂ ਹੈਗੀਆਂ ਉਹਨਾਂ ਨੂੰ ਵੀ ਕਨਵੇ ਕਰਨਾ ਹੁੰਦਾ ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਚੰਗੀਆਂ ਚੀਜ਼ਾਂ 'ਤੇ ਜਿਹੜਾ ਪਹਿਰਾ ਦੇ ਸਕੀਏ। ਸਰ ਹੁਣ ਚੋਣ ਕੰਪੇਨ ਤਾਂ ਚਲੋ ਕੁਛ ਲੋਕਾਂ ਨਾਲ ਹੋ ਰਹੀ ਹੈ, ਕਿੱਦਾਂ ਲੱਗਦਾ ਵੀ ਸੱਤਾ ਵਿੱਚ ਦੁਬਾਰਾ ਆ ਜਾਓਗੇ ਕਿ ਥੋੜ੍ਹਾ ਸੰਘਰਸ਼ ਲੰਬਾ ਹੋ ਜਾਊਗਾ? ਕਿਉਂਕਿ ਹੁਣ ਸੱਤਾ ਦੇ ਵਿੱਚ 5 ਪਾਰਟੀਆਂ ਨੇ, 5 ਪਾਰਟੀਆਂ ਦੇ ਲਈ ਵੀ ਬਿਆਨਬਾਜ਼ੀ ਕਰਨੀ ਪੈਣੀ ਹੈ ਸਿਆਸੀ ਤੌਰ 'ਤੇ। ਗੱਲ ਸੱਤਾ ਦੀ ਨਹੀਂ ਹੈ, ਗੱਲ ਵਿਜ਼ਨ ਦੀ ਹੈ। ਕਿਉਂਕਿ ਬਹੁਤ ਬੰਦੇ ਪੁਰਾਣੀਆਂ ਚੀਜ਼ਾਂ ਨੂੰ ਭਾਵੇਂ ਕੋਖੀ ਜਾਂਦੇ ਆ ਲੇਕਿਨ ਵਿਜ਼ਨ ਨਹੀਂ ਦਿੰਦੇ। ਮੈਂ ਹਮੇਸ਼ਾ ਇੱਕ ਵਿਜ਼ਨ ਲੈ ਕੇ ਚੱਲਦਾ ਹੁੰਦਾ, ਇੱਕ ਹਲਕੇ ਦੀ ਵਿਜ਼ਨ ਤਾਂ ਇੱਕ ਪੰਜਾਬ ਦੀ ਵਿਜ਼ਨ। ਉਹਦੇ ਵਿੱਚ ਜਿੱਥੇ ਜਿੱਥੇ ਵੀ ਮੌਕਾ ਮਿਲਦਾ ਉੱਥੇ ਉੱਥੇ ਕੰਮ ਕਰਨ ਦੀ ਕੋਸ਼ਿਸ਼ ਕਰੀਦੀ ਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੇਸਿਕਲੀ ਇਹੋ ਜਿਹੀ ਸੋਚ ਨੂੰ ਅੱਗੇ ਲੈ ਕੇ ਜਿਹੜਾ ਉਹ ਤੁਰਨ ਦੀ ਜ਼ਰੂਰਤ ਹੈਗੀ ਆ। ਕੈਪਟਨ ਸਾਹਿਬ ਤਾਂ ਅਲੱਗ ਹੋ ਗਏ ਨੇ ਕਾਂਗਰਸ ਪਾਰਟੀ ਦੇ। ਹੁਣ ਤੁਹਾਨੂੰ ਕੈਪਟਨ ਬਣਾਤਾ, ਤੁਹਾਡੇ ਪੋਸਟਰਾਂ 'ਤੇ ਵੀ ਕੈਪਟਨ ਲਿਖਿਆ, ਪ੍ਰਗਟ ਸਿੰਘ ਕੈਪਟਨ। ਨਹੀਂ, ਕੈਪਟਨ ਦੇਖੋ ਅਮਰਿੰਦਰ ਸਿੰਘ ਵੱਡੇ ਕੱਦ ਦੇ ਲੀਡਰ ਸੀ। 2017 ਦੀਆਂ ਜੇ ਚੋਣਾਂ ਦੇਖੋ ਤਾਂ ਉਹਨਾਂ ਦੇ ਨਾਂ 'ਤੇ ਲੜ ਹੋਈਆਂ ਸੀ, ਲੇਕਿਨ ਸਮਾਜ ਪਰਫਾਰਮੈਂਸ ਚਾਹੁੰਦਾ, ਪਰਫਾਰਮੈਂਸ ਦਿੱਤੀ ਨਹੀਂ। ਮੇਰੀ ਲੜਾਈ ਤਾਂ 6-8 ਮਹੀਨੇ ਬਾਅਦ ਹੀ ਸ਼ੁਰੂ ਹੋ ਗਈ ਸੀ, ਕਿਉਂਕਿ ਜਦੋਂ ਮੈਨੂੰ ਗੱਲ ਸਮਝ ਆਉਂਦੀ ਆ, ਆਈ ਮੇ ਬੀ ਰੋਂਗ, ਪਰ ਜਿੰਨਾ ਕੁ ਮੇਰਾ ਸਮਝ ਹੈ, ਜਿੰਨਾ ਕੁ ਮੇਰਾ ਦਿਮਾਗ ਹੈ, ਮੈਂ ਇਹ ਕੋਸ਼ਿਸ਼ ਕਰਦਾ ਹੁੰਦਾ ਕਿ ਪਹਿਲਾਂ ਕਮਰੇ 'ਚ ਬਹਿ ਕੇ ਦੱਸਿਆ ਜਾਵੇ ਵੀ ਆਹ ਕੰਮ ਨਹੀਂ ਕਰਨ ਦੀ ਜ਼ਰੂਰਤ। ਉਹਦੇ ਤੋਂ ਬਾਅਦ ਹੌਲੀ ਹੌਲੀ ਫਿਰ ਮੈਂ ਕਿਤੇ ਨਾ ਕਿਤੇ ਚਿੱਠੀ ਪੱਤਰ ਲਿਖ ਲੈਣਾ। ਚਿੱਠੀਆਂ ਕਾਫੀ ਲਿਖੀਆਂ ਤੁਸੀਂ? ਹਾਂ, ਮੈਂ ਡੈਫੀਨੇਟਲੀ ਲਿਖੀਆਂ, ਕਿਉਂਕਿ ਜਦੋਂ ਕੋਈ ਬੰਦਾ ਪੰਜਾਬ ਦੀ ਬਿਹਤਰੀ ਲਈ ਸੋਚਦਾ ਨਾ ਹੋਵੇ, ਜਾਂ ਤਾਂ ਉਹ ਕਨਵਿੰਸ ਕਰ ਦੇਵੇ ਤਾਂ ਮੈਂ ਉਸ ਗੱਲ ਨੂੰ ਵਿਡਰਾਅ ਕਰ ਲੈਣਾ, ਨਹੀਂ ਤਾਂ ਫਿਰ ਮੈਂ ਉਹਨੂੰ ਅਖੀਰ ਤੱਕ ਲੈ ਕੇ ਜ਼ਰੂਰ ਜਾਂਦਾ ਹੁੰਦਾ। ਤੁਸੀਂ ਜਦੋਂ ਵੀ ਵਿਰੋਧ ਕੀਤਾ ਕੈਪਟਨ ਸਾਹਿਬ ਦਾ, ਬਾਅਦ 'ਚ ਸਿੱਧੂ ਸਾਹਿਬ ਨਾਲ ਖੜੇ ਨਜ਼ਰ ਆਏ ਹੋ। ਜੇ ਹੁਣ ਚੰਨੀ ਸਾਹਿਬ ਦੇ ਤੇ ਕੈਪਟਨ ਸਾਹਿਬ ਦੇ ਕੰਮਾਂ ਦੇਖਣਾ ਹੋਵੇ ਤਾਂ ਕੀ ਲੱਗਦਾ ਵੀ ਦੋਨੋਂ ਨੂੰ ਕਿੱਥੇ ਕਿਹੜੇ ਸਥਾਨ 'ਤੇ ਰੱਖੋਗੇ? ਦੇਖੋ, ਕਈ ਚੀਜ਼ਾਂ ਨੂੰ ਸਮਾਂ ਲੱਗਦਾ। 90 ਦਿਨ ਦੇ ਵਿੱਚ ਜਿਹੜਾ ਆ, ਕਿਉਂਕਿ ਇੰਨੀ ਪਰਫਾਰਮੈਂਸ ਦੇਣੀ ਸ਼ਾਇਦ ਪੋਸੀਬਲ ਨਹੀਂ ਹੁੰਦੀ, ਲੇਕਿਨ 90 ਦਿਨਾਂ 'ਚ ਅਸੀਂ ਇਹ ਜ਼ਰੂਰ ਮਹਿਸੂਸ ਕਰਾਉਣ ਦੇ ਵਿੱਚ ਕਾਮਯਾਬ ਹੋਏ ਹਾਂ ਵੀ ਇਹ ਲੋਕਾਂ ਦੀ ਸਰਕਾਰ ਹੈ। ਪਹਿਲਾਂ ਸਾਨੂੰ ਖੁਦ ਨਹੀਂ ਸੀ ਲੱਗਦਾ ਵੀ ਇਹ ਲੋਕਾਂ ਦੀ ਸਰਕਾਰ ਹੈ, ਕਿਉਂਕਿ ਇੱਕ ਬਾਬੂਡਮ ਦੇ ਵਿੱਚ ਇੱਕ ਉਸ ਘੇਰੇ ਦੇ ਵਿੱਚ ਰਹਿ ਕੇ ਉਹ ਸਰਕਾਰ ਚੱਲਦੀ ਸੀਗੀ। ਇਹ ਠੀਕ ਆ ਵੀ ਇੱਕ ਅੱਧਾ ਸਾਲ ਕੋਵਿਡ ਨੇ ਵੀ ਖਰਾਬ ਕੀਤਾ, ਬਟ ਐਟ ਦਾ ਸੇਮ ਟਾਈਮ ਤੁਹਾਡੀ ਜਿਹੜੀ ਪਰਫਾਰਮੈਂਸ ਹੈ
ਉਹਨੂੰ ਤੁਹਾਨੂੰ ਲੋਕਾਂ ਦੇ ਵਿੱਚ ਜ਼ਰੂਰ ਜਾਣ ਦੀ ਉਹ ਜਿਹੜੀ ਉਹ ਸੋਚ ਹੈ ਜਿਹੜੀ ਅੱਗੇ ਲਿਜਾਣੀ ਚਾਹੀਦੀ। ਕਹਿੰਦੇ ਵੀ ਪ੍ਰਗਟ ਸਿੰਘ ਤਾਂ ਬੋਲਦੇ ਨਹੀਂ, ਜੇ ਬੋਲਦੇ ਨੇ ਚਿੱਠੀ ਦਾ ਹੀ ਇਹੋ ਜਿਹਾ ਧਮਾਕਾ ਕਰਦੇ ਨੇ ਵੀ ਕੰਨ ਜਿਹੜੇ ਹੈਗੇ ਨੇ ਉਹ ਸੁੰਨ ਕਰ ਦਿੰਦੇ ਨੇ, ਆਪਣੀ ਪਾਰਟੀ ਦੇ ਵੀ ਤੇ ਵਿਰੋਧੀ ਪਾਰਟੀ ਦੇ ਵੀ। ਮੈਨੂੰ ਲੱਗਦਾ ਡੈਮੋਕ੍ਰੇਸੀ ਉਹਨੂੰ ਕਹਿੰਦੇ ਆ ਜਿਹੜੀ ਲੋਕਾਂ ਦੇ ਸਮੂਹ ਦੇ ਵਿੱਚੋਂ ਚੰਗੀਆਂ ਚੀਜ਼ਾਂ ਨਿਕਲ ਕੇ ਅੱਗੇ ਆਉਣ। ਦੇਖੋ ਹਰ ਨੌਜਵਾਨ, ਹਰ ਇਨਸਾਨ ਰਾਦਰ, ਉਹਦੇ ਮਾਈਂਡ ਦੇ ਵਿੱਚ ਕੁਛ ਨਾ ਕੁਛ ਚੰਗਾ ਹੁੰਦਾ, ਕੁਛ ਨਾ ਕੁਛ ਬਹੁਤਾ ਚੰਗਾ ਨਹੀਂ ਹੁੰਦਾ, ਲੇਕਿਨ ਉਹਦੇ 'ਚੋਂ ਚੰਗਾ ਲੈ ਲਓ। ਇੱਕ ਜਦੋਂ ਫੁੱਲ ਤੁਸੀਂ ਚੱਕੋਗੇ ਉਹ ਗੁਲਦਸਤਾ ਬਣ ਜਾਊਗਾ। ਸੋ ਉਹ ਮੈਨੂੰ ਲੱਗਦਾ ਕਿ ਡਿਸਕਸ ਕਰਨਾ ਚਾਹੀਦਾ। ਮੈਂ ਤਾਂ ਕਈ ਵਾਰੀ ਛੋਟੇ ਤੋਂ ਛੋਟਾ ਬੰਦਾ ਜਿਹੜਾ ਈਵਨ ਪੀਐਨ ਹੈ, ਮੈਂ ਤਾਂ ਉਹਦੇ ਤੋਂ ਵੀ ਕਈ ਵਾਰੀ ਡਿਸਕਸ ਕਰ ਲੈਣਾ ਕਿ ਯਾਰ ਹੋ ਸਕਦਾ ਉਹਦਾ ਜ਼ਿੰਦਗੀ ਦਾ ਤਜਰਬਾ ਕੋਈ ਇਹੋ ਜਿਹਾ ਹੋਵੇ ਜਿਹਦੇ ਨਾਲ ਸਮਾਜ ਨੂੰ ਕਿਤੇ ਫਾਇਦਾ ਹੋ ਸਕਦਾ ਹੋਵੇ, ਤੇ ਲੈ ਲੈਣਾ ਚਾਹੀਦਾ। ਮੁੱਖ ਮੰਤਰੀ ਕਿਹਨੂੰ ਹੁਣ ਬੰਨਾ ਦੇਖਣਾ ਚਾਹੁੰਦੇ ਹੋ, ਸਿੱਧੂ ਸਾਹਿਬ ਨੂੰ ਕਿ ਚੰਨੀ ਸਾਹਿਬ ਨੂੰ? ਦੇਖੋ ਗੱਲ ਮੁੱਖ ਮੰਤਰੀ ਦੀ ਨਹੀਂ ਹੈ, ਗੱਲ ਕਲੈਕਟਿਵ ਲੀਡਰਸ਼ਿਪ ਦੀ ਆ। ਕੌਣ ਦੇ ਸਕਦਾ? ਦੇਖੋ ਮੈਂ ਤਾਂ ਇਸ ਗੱਲ ਨਾਲ, ਦੇਖੋ ਮੈਨੂੰ ਜਿੰਨੀ ਗੱਲ ਸਮਝ ਆਉਂਦੀ ਆ, ਆਪਾਂ 2-2.5 ਸਾਲ ਪਹਿਲਾਂ ਮੋਦੀ ਜੀ ਨੂੰ ਇੱਕ ਇਹੋ ਜਿਹੀ ਪਿਕਚਰਾਈਜੇਸ਼ਨ ਕੀਤੀ, ਇੱਕ ਇਹੋ ਜਿਹਾ ਪੋਸਟਰ ਬੋਏ ਬਣਾਇਆ ਵੀ ਇਹ ਲਾਰਜਰ ਦੈਨ ਲਾਈਫ ਆ। ਯਾਰ ਬੰਦਾ ਤਾਂ ਬੰਦਾ ਹੀ ਹੁੰਦਾ। ਉਹਦੇ 'ਚੋਂ ਹਿੰਦੁਸਤਾਨ ਨੂੰ ਮਿਲਿਆ ਕੀ? ਉਹਦੇ 'ਚੋਂ ਹਿੰਦੁਸਤਾਨ ਨੂੰ ਮਿਲਿਆ ਕਿ ਸਾਡੀ ਆਲਮੋਸਟ ਅਸੀਂ ਫਾਈਨੈਂਸ਼ੀਅਲ ਬੈਂਕਰਪਸੀ ਦੇ ਨੇੜੇ ਆ, ਸਾਡੀਆਂ PSUs ਵਿਕ ਗਈਆਂ, ਸਾਡੀਆਂ ਜਿਹੜੀਆਂ ਵੱਡੀਆਂ ਕਾਰਪੋਰੇਸ਼ਨ ਸੀਗੀਆਂ ਉਹ ਵਿਕ ਗਈਆਂ, ਈਵਨ ਰੇਲਵੇ ਨੂੰ ਪ੍ਰਾਈਵੇਟਾਈਜ਼ ਕੀਤਾ। ਆਈਡੀਆ ਕੀ ਆ? ਆਈਡੀਆ ਇਹ ਆ ਵੀ 2 ਘਰਾਣਿਆਂ ਨੂੰ ਹਿੰਦੁਸਤਾਨ ਦੀ ਸਾਰੀ ਪੂੰਜੀ ਇਕੱਠੀ ਕਰਕੇ ਦੇ ਦਿਓ ਅਤੇ ਬਾਕੀਆਂ ਨੂੰ ਉਹਦੀਆਂ ਇਨਸਿਲਰੀਜ਼ ਬਣਾ ਦਿਓ। ਉਹਦੇ 'ਚੋਂ ਕੀ ਨਿਕਲਿਆ? ਡੈਮੋਕ੍ਰੇਸੀ ਇਹ ਨਹੀਂ ਹੁੰਦੀ। ਡੈਮੋਕ੍ਰੇਸੀ ਤਾਂ ਇਹ ਹੁੰਦੀ ਆ ਕਿ ਤੁਸੀਂ ਸਾਰਿਆਂ ਦੀ ਡਿਸਕਸ਼ਨ ਦੇ ਵਿੱਚੋਂ ਚੰਗੀਆਂ ਚੀਜ਼ਾਂ 'ਤੇ ਪਹਿਰਾ ਦਿਓ। ਸੋ ਮੈਂ ਉਹ ਜਿਹੜੀ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਆ ਨਾ, ਸਾਡੇ ਵੀ ਚੀਫ ਮਿਨਿਸਟਰ ਇੱਕ MLA ਹੁੰਦਾ ਅਤੇ ਇੱਕ ਮਿਨਿਸਟਰ ਨਾਲ ਹੁੰਦਾ। ਇਹੀ ਹੁੰਦਾ ਨਾ, ਉਹ ਵੀ MLA ਆ ਅਤੇ ਮਿਨਿਸਟਰ ਹੀ ਆ, ਉਹ ਵੀ ਬੰਦਾ ਹੀ ਆ। ਅਤੇ ਫਿਰ ਅਸੀਂ ਕਈ ਵਾਰੀ ਉਹਨੂੰ ਲਾਰਜਰ ਦੈਨ ਲਾਈਫ ਬਣਾ ਕੇ ਐਡਾ ਵੱਡਾ ਬਣਾ ਦਿੰਦੇ ਆ। ਇਹ ਬਿਊਰੋਕਰੈਟ ਵੀ ਕਿਤੇ ਨਾ ਕਿਤੇ ਖਰਾਬੀਆਂ ਕਰਦੇ। ਚੰਨੀ ਸਾਹਿਬ ਤਾਂ ਕਹਿ ਰਹੇ ਨੇ ਕਿ ਜੇ ਕਾਂਗਰਸ ਪਾਰਟੀ CM ਦਾ ਚਿਹਰਾ ਨਹੀਂ ਦੇਗੀ, ਹੋ ਸਕਦਾ ਨੁਕਸਾਨ ਹੋਵੇ। ਹੁਣ ਤੁਸੀਂ ਇਸ ਬਿਆਨ ਨੂੰ ਕਿੱਦਾਂ ਦੇਖਦੇ? ਨਹੀਂ, ਇਹਨੂੰ ਤੁਸੀਂ ਇਸ ਐਂਗਲ ਨਾਲ ਨਾ ਜੋੜੋ। ਮੈਂ ਇਹਨੂੰ ਇਹ ਸੋਚਦਾ ਵੀ ਸਾਨੂੰ ਕਲੈਕਟਿਵ ਲੀਡਰਸ਼ਿਪ 'ਤੇ ਹੀ ਕੰਮ ਕਰਨਾ ਚਾਹੀਦਾ। ਅਸੀਂ ਕਿਉਂ ਇੱਕ ਮੰਨ ਲਓ ਇੱਕ ਬੰਦਾ, ਮੈਂ ਤਾਂ ਕਹਿੰਦਾ ਚੀਫ ਮਿਨਿਸਟਰ ਜਿਹੜਾ ਆ ਉਹ ਵੀ ਵਨ ਆਫ ਦਾ MLA ਆ, ਵਨ ਆਫ ਦਾ ਮਿਨਿਸਟਰ ਹੈ, ਅਤੇ ਫਿਰ ਅਸੀਂ ਜਿਹੜੀ ਸਾਰੀ ਕੈਬਨਿਟ ਜਿਹੜੀ ਆ ਜਾਂ ਸਾਰੇ MLAs ਆ ਉਹਦੇ 'ਤੇ ਅਸੀਂ ਸਾਰੇ ਕਿਉਂ ਡਿਸੀਜ਼ਨ ਨਹੀਂ ਲੈਂਦੇ? ਅਸੀਂ ਸਾਰਿਆਂ ਕੋਲੋਂ ਪੁੱਛ ਕੇ ਸਲਾਹ ਲੈ ਕੇ ਅਸੀਂ ਉਹ ਕੰਮ ਕਰੀਏ। ਕਿਉਂਕਿ ਬਿਊਰੋਕਰੈਟ ਜਿਹੜਾ ਸਾਡਾ ਰੂਲ ਆਫ ਬਿਜ਼ਨਸ ਹੈ ਨਾ, ਉਹਦੇ ਵਿੱਚ ਬਿਊਰੋਕਰੈਟਸ ਨੇ ਵੀ ਇਹੋ ਜਿਹੇ ਕੰਮ ਕੀਤੇ ਆ ਵੀ ਇੱਕ ਬੰਦੇ ਨੂੰ ਸਾਰੀਆਂ ਪਾਵਰਾਂ ਇਕੱਠੀਆਂ ਕਰਕੇ ਦੇ ਦਿਓ ਤਾਂ ਕਿ ਉਹਦੇ ਕੋਲ ਸਮਾਂ ਘੱਟ ਹੋਵੇ ਅਤੇ ਉਹ ਤੁਹਾਡੀ ਫਾਈਲ ਨੂੰ ਦੇਖ ਹੀ ਨਾ ਸਕੇ। ਬਈ ਇਹਦੀ ਵੀ ਰੀਡਿਜ਼ਾਈਨਿੰਗ ਕਰਨੀ ਪਊਗੀ, ਇਹਦੇ ਰੂਲਸ ਦੀ ਦੁਬਾਰਾ ਅਮੈਂਡਮੈਂਟ ਕਰਨੀ ਪਊਗੀ ਤਾਂ ਕਿ ਜਿਹੜਾ ਹਰ ਬੰਦੇ ਕੋਲ ਪਾਵਰ ਹੋਵੇ। ਪਾਵਰ ਕੀ ਹੈਗੀ? ਪਾਵਰ ਇਹ ਆ ਕਿ ਤੁਸੀਂ ਆਪਣੀਆਂ ਰਿਸਪੌਂਸੀਬਿਲਿਟੀਜ਼ ਨੂੰ, ਇਹ ਸਿਰਫ ਕੁਰਸੀ ਨਹੀਂ ਹੈ, ਇਹ ਇੱਕ ਇਹੋ ਜਿਹਾ ਤਾਜ ਆ ਜਿਹੜਾ ਬੇਸਿਕਲੀ ਤੁਹਾਨੂੰ ਡਿਲੀਵਰੀ ਮੰਗਦਾ ਹੈਗਾ। ਤੁਸੀਂ ਇਹ ਥੋੜ੍ਹੀ ਆ ਕਿ ਉਸ ਕੁਰਸੀ 'ਤੇ ਬਹਿ ਗਏ ਅਤੇ ਫਿਰ ਡਿਲੀਵਰ ਕੌਣ ਕਰੂਗਾ? ਉਹ ਵੀ ਤਾਂ ਜ਼ਿੰਮੇਵਾਰੀ ਤੁਹਾਡੀ ਹੈ ਨਾ। ED ਦੀ ਰੇਡ ਪਈ ਹੈ ਚੰਨੀ ਸਾਹਿਬ ਦੇ ਕਿਸੇ ਫੈਮਿਲੀ ਮੈਂਬਰ ਨੂੰ ਲੈ ਕੇ, ਰਿਸ਼ਤੇਦਾਰਾਂ ਦੇ ਉੱਤੇ। ਕਈ ਇਹ ਵੀ ਕਹਿ ਰਹੇ ਨੇ ਕਿ ਘਬਰਾ ਗਏ ਨੇ ਚੰਨੀ ਸਾਹਿਬ ਨੂੰ ਜੇ ਚਿਹਰਾ ਨਾ ਬਣਾਉਣ, ਇਸ ਕਰਕੇ ਰੇਡ ਕੀਤੀ ਜਾ ਰਹੀ ਹੈ। ਫਿਰ ਰੇਡ ਨੂੰ ਲੈ ਕੇ ਕਾਂਗਰਸ ਪਾਰਟੀ ਕੀ ਸੋਚਦੀ ਹੈ? ਦੇਖੋ ਇਹ ਬੇਸਿਕਲੀ ਜਿਹੜੀ BJP ਹੈ ਨਾ, ਇਹਨਾਂ ਕੋਲ ਇੱਕ ਵਾਸ਼ਿੰਗ ਮਸ਼ੀਨ ਲਈ ਆ। ਇਹ ਨਾ ਫਿਰ ਜਿਸ ਸੂਬੇ ਦੇ ਵਿੱਚ ਵੀ ਇਲੈਕਸ਼ਨਾਂ ਹੁੰਦੀਆਂ ਉੱਥੇ ਜਾ ਕੇ ਵਾਸ਼ਿੰਗ ਮਸ਼ੀਨ ਲਾ ਦਿੰਦੇ ਆ, ਫਿਰ ਸਾਫ਼ ਕਰਕੇ ਬੰਦੇ ਜਿਹੜੇ ਇਹਨਾਂ ਵੱਲ ਜਾਂਦੇ ਉਹ ਬੜੇ ਸਾਫ਼ ਹੁੰਦੇ ਆ। ਇਸੇ ਤਰ੍ਹਾਂ ਹੀ ED ਨੂੰ ਵਰਤਦੇ ਹੈਗੇ ਆ। ਇਹਨੀ ਬੰਗਾਲ ਦੇ ਵਿੱਚ ਇਹ ਕੀਤਾ, ਜੇ UP 'ਚ ਹੋਊਗੀ UP 'ਚ ਕਰਨਗੇ, ਜੇ ਇੱਥੇ ਆ ਤਾਂ ਇੱਥੇ ਕਰ ਰਹੇ ਹੈਗੇ ਆ। ਯਾਰ ਦੇਖੋ ਮੈਂ ਨਹੀਂ ਕਹਿੰਦਾ, ਮੈਂ ਕਿਸੇ ਏਜੰਸੀ 'ਤੇ ਇੱਦਾਂ ਦਾ ਇਲਜ਼ਾਮ ਨਹੀਂ ਲਾਉਂਦਾ, ਪਰ ਮੈਂ ਇਹੋ ਜਿਹਾ ਕਹਿੰਦਾ ਕਿ ਇਹ ਪਹਿਲਾਂ ਕਿਉਂ ਨਹੀਂ? ਜੇ ਕਾਂਗਰਸ ਦੇ ਵਿੱਚ ਵੀ ਕੋਈ ਮਾੜੇ ਬੰਦੇ ਆ, ਕੋਈ ਗੱਲ ਨਹੀਂ, ਉਹਨੂੰ ਇਨਵੈਸਟੀਗੇਟ ਕਰੋ। ਜਿਹੜੀ ਵੀ ਪਾਰਟੀ 'ਚ ਜੇ ਕੋਈ ਮਾੜਾ ਬੰਦਾ ਹੈਗਾ, ਲਾਅ ਆਪਣਾ ਕੰਮ ਕਰੇ, ਬਟ ਐਟ ਦਾ ਸੇਮ ਟਾਈਮ ਇਹ ਨਹੀਂ ਹੁੰਦਾ ਕਿ ਜਦੋਂ ਇਲੈਕਸ਼ਨ ਹੁੰਦੀ ਆ ਉਦੋਂ ਤੁਹਾਡੀਆਂ ED ਦੀਆਂ ਰੇਡਸ ਹੁੰਦੀਆਂ, ਪਹਿਲਾਂ 6-8 ਮਹੀਨੇ ਕਿਉਂ ਨਹੀਂ ਹੁੰਦੀਆਂ? ਆਪਾਂ ਜਦੋਂ ਮੋਦੀ ਜੀ ਇੱਥੇ ਆਏ ਸੀਗੇ, ਇੱਕ ਤਾਂ ਇਹ ਸੀਗਾ ਕਿ ਹਾਂ ਬਈ ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਉਹਦੇ ਵਿੱਚ ਕਿਤੇ ਨਾ ਕਿਤੇ ਕਮੀ ਹੋਈ ਆ, ਉਹ ਕਮੀ ਨਹੀਂ ਹੋਣੀ ਚਾਹੀਦੀ। ਮੈਂ ਤਾਂ ਉਦੋਂ ਵੀ ਕਿਹਾ ਸੀ। ਪਰ ਉਹਦਾ ਦੂਜਾ ਰੂਪ ਇਹ ਵੀ ਆ ਵੀ ਇਹਨੇ 70,000 ਬੰਦਾ ਇਕੱਠਾ ਕਰਨਾ ਸੀ, ਉੱਥੇ 700 ਆਇਆ। ਅਤੇ ਫਿਰ ਉਸ ਕਿਤੇ ਨਾ ਕਿਤੇ BJP ਇੱਦਾਂ ਦੇ ਕੰਮ ਕਰਦੀ ਰਹਿੰਦੀ ਆ, ਅਤੇ ਫਿਰ ਉਹਦੇ 'ਚੋਂ ਕਿਤੇ ਸ਼ੱਕ ਦਾ ਦਾਇਰਾ ਜਿਹੜਾ ਵਧਿਆ। ਇਸੇ ਤਰ੍ਹਾਂ ਹੀ ED ਦੀ ਰੇਡ ਹੈ ਵੀ ED ਦੀ ਰੇਡ ਮੈਂ ਨਹੀਂ ਕਹਿੰਦਾ ਵੀ ਜੇ ਕੋਈ ਜਾਇਜ਼ ਗੱਲ ਹੋਈ ਹੋਵੇ ਤਾਂ ਮੈਨੂੰ ਨਹੀਂ ਸਮਝ ਆਉਂਦੀ, ਬਟ ਇਹ ਹੁਣੇ ਕਿਉਂ? ਇਲੈਕਸ਼ਨ ਦੇ ਕੋਡ ਆਫ ਕੰਡਕਟ ਤੋਂ ਬਾਅਦ ਹੀ ਕਿਉਂ? ਪਹਿਲਾਂ ਕਿਉਂ ਨਹੀਂ? ਪਹਿਲਾਂ ਵੀ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਕਰਪਸ਼ਨ ਹੁੰਦੀ ਰਹੂਗੀ। ਮੈਂ ਤਾਂ ਖੁਦ ਕਹਿੰਦਾ ਰਿਹਾ ਕਿ ਸਾਨੂੰ ਇਹ ਪੈਟਰਨ ਜਿਹੜਾ ਬਦਲਣਾ ਚਾਹੀਦਾ। ਸੋ ਇਸ ਕਰਕੇ BJP ਨੂੰ
ਰੀਅਲ ਡੈਮੋਕ੍ਰੇਸੀ ਦੇ ਉੱਤੇ ਕੰਮ ਕਰਨ ਦੀ ਜ਼ਰੂਰਤ ਹੈ, ਕਿਉਂਕਿ ਮੈਂ ਤਾਂ ਉਸ ਸਪੋਰਟ ਸਪਿਰਿਟ ਦੇ ਵਿੱਚੋਂ ਨਿਕਲਦਾ ਜਿੱਥੇ ਇਹ ਸਮਝਦਾ ਕਿ ਜੇ ਮੈਂ ਹਾਰ ਗਿਆ ਤਾਂ ਮੈਨੂੰ ਹੱਥ ਖੜਾ ਕਰਕੇ ਮੰਨ ਲੈਣਾ ਚਾਹੀਦਾ, ਔਰ ਦੂਸਰਾ ਇਹ ਵੀ ਕਰਨਾ ਚਾਹੀਦਾ ਵੀ ਅੱਗੇ ਤੋਂ ਆਪਾਂ ਮਿਹਨਤ ਕਰੀਏ, ਜਿੱਥੇ ਕਮੀਆਂ ਪੇਸ਼ੀਆਂ ਹੈਗੀਆਂ ਉਹਦੇ ਤੋਂ ਗਾਂਹ ਆਪਾਂ ਤੁਰੀਏ। ਸੋ ਇਸੇ ਤਰ੍ਹਾਂ ਹੀ ਦੇਸ਼ ਆ, ਇਸੇ ਤਰ੍ਹਾਂ ਹੀ ਡੈਮੋਕ੍ਰੇਸੀ। ਅੱਛਾ, ਮੈਂ ਇੱਕ ਆਖਰੀ ਸਵਾਲ ਹੈ ਕਿ ਜਿਸ ਤੱਕ ਤੁਸੀਂ ਗੱਲ ਰੱਖਦੇ ਪਏ ਹਲੇ ਵੀ, ਕਿਉਂਕਿ ਇਹ ਚਿਹਰੇ ਨੂੰ ਲੈ ਕੇ ਸੀਐਮ ਦੇ ਚਿਹਰੇ ਨੂੰ ਲੈ ਕੇ ਅਲੱਗ-ਅਲੱਗ ਸਟੇਟਮੈਂਟ ਆ ਰਹੀ ਹੈ ਵੀ ਆਮ ਆਦਮੀ ਪਾਰਟੀ ਨੇ ਦੇਤਾ, ਸ਼੍ਰੋਮਣੀ ਅਕਾਲੀ ਦਲ ਦਾ ਪਤਾ ਵੀ ਕਾਂਗਰਸ ਪਾਰਟੀ ਨੂੰ ਸੀਐਮ ਚਿਹਰੇ ਦੇ ਨਾਲ ਜਾਣਾ ਪਏਗਾ। ਹੁਣ ਸਿੱਧੂ ਆਪਦੇ ਏਜੰਡੇ ਰੱਖਦੇ ਨੇ, ਲਗਾਤਾਰ ਪ੍ਰੈਸ ਕਾਨਫਰੰਸ ਕਰਕੇ ਕਹਿ ਨੇ, ਇਹ ਵੀ ਕਹਿ ਨੇ ਕਿ ਇਹਨੂੰ ਕੋਈ ਹੋਰ ਬੰਦਾ ਜੇ ਹੈਗਾ ਉਸ ਤੋਂ ਵਧੀਆ ਦੇ ਰਿਹਾ ਏਜੰਡੇ, ਮੈਂ ਉਹਦੇ ਨਾਲ ਸਹਿਮਤ ਹਾਂ। ਸਿੱਧੂ ਦੇ ਏਜੰਡਿਆਂ ਦੇ ਕੀ ਬੋਲੋਗੇ, ਕਿਉਂਕਿ ਕੋਈ ਵੀ ਐਮਐਲਏ, ਕੋਈ ਮਿਨਿਸਟਰ ਉਹਨਾਂ ਦੇ ਏਜੰਡੇ ਨਾਲ ਸਹਿਮਤ ਹੋ ਕੇ ਬੋਲਦਾ ਦਿਖਾਈ ਦੇ ਨਹੀਂ ਰਿਹਾ। ਦੇਖੋ, ਡੈਮੋਕ੍ਰੇਸੀ, ਮੈਂ ਕਹਿੰਦਾ ਇੰਟਰਨਲ ਡੈਮੋਕ੍ਰੇਸੀ ਦੇ ਵਿੱਚ ਤੁਹਾਡਾ ਗੱਲ ਕਹਿਣੀ ਫਰਜ਼ ਬਣਦਾ। ਸਾਡਾ ਮੈਨੀਫੈਸਟੋ ਕਮੇਟੀ ਹੈਗੀ ਆ, ਫਾਈਨਲ ਡਿਸੀਜਨ ਉਹਨਾਂ ਨੇ ਲੈਣਾ ਹੁੰਦਾ। ਕਈ ਮੈਂ ਵੀ ਗੱਲਾਂ ਕਹਿਣਾ, ਇਹ ਜ਼ਰੂਰੀ ਨਹੀਂ ਹੈ ਵੀ ਮੇਰੇ ਵਾਲੀਆਂ ਮੰਨੀਆਂ ਜਾਣਗੀਆਂ, ਇਹ ਜ਼ਰੂਰੀ ਨਹੀਂ ਹੈਗਾ। ਔਰ ਦੂਸਰੀ ਗੱਲ ਹੈ ਕਿ ਜਿਹੜੀ ਮੈਂ ਵੀ ਕਈ ਵਾਰੀ ਬਹੁਤ ਵੋਕਲ ਹੋ ਜਾਂਦਾ, ਮੈਂ ਕਹਿੰਦਾ ਇਹ ਡੈਮੋਕ੍ਰੇਸੀ ਲਈ ਸ਼ੁਭ ਸਗਨ ਆ, ਕਿਉਂਕਿ ਅਲਟੀਮੇਟਲੀ ਬੰਦਿਆਂ ਦਾ ਮਾਈਂਡ ਸਪੀਕ ਆਊਟ ਹੋਣਾ ਚਾਹੀਦਾ। ਤੁਸੀਂ ਇਮੈਜਿਨ ਕਰੋ, ਜੇ ਅਸੀਂ ਕੈਪਟਨ ਅਮਰਿੰਦਰ ਸਿੰਘ ਨਾਲ ਲੜਾਈ ਨਾ ਲੜਦੇ ਤੇ ਕਾਂਗਰਸ ਅੱਜ ਮੇਰਾ ਖਿਆਲ ਹੈ ਵੀ ਆਊਟ ਆਫ ਕੰਟੈਸਟ ਹੁੰਦੀ, ਉਹਦੇ ਕੀ ਫਾਇਦੇ ਹੋਏ। ਅੱਜ ਜੇ ਕਿਤੇ ਨਾ ਕਿਤੇ ਇਹ ਗੱਲਾਂ ਜਿਹੜੀਆਂ ਇਹ ਬੀਜੇਪੀ 'ਚ ਨਹੀਂ ਹੋ ਸਕਦੀਆਂ। ਅੱਜ ਅਮਿਤ ਸ਼ਾਹ ਜੀ ਬਾਰੇ ਤੇ ਮੋਦੀ ਜੀ ਬਾਰੇ ਕੋਈ ਬੋਲ ਸਕਦਾ ਉਹਨਾਂ ਦੀ ਪਾਰਟੀ 'ਚ? ਇਹ ਆਪ ਦੇ ਵਿੱਚ ਕੇਜਰੀਵਾਲ ਦੇ ਅਗੇਂਸਟ ਕੋਈ ਬੋਲ ਸਕਦਾ? ਈਵਨ ਫॉर दैट ਮੈਟਰ ਅਕਾਲੀ ਦਲ ਦੇ ਵਿੱਚ ਕੋਈ ਸੁਖਬੀਰ ਬਾਦਲ ਦੇ ਅਗੇਂਸਟ ਬੋਲ ਸਕਦਾ? ਇਹ ਕਾਂਗਰਸ ਪਾਰਟੀ ਆ ਜਿਹੜੀ ਡੈਮੋਕ੍ਰੇਸੀ ਨੂੰ ਅਲਾਉ ਕਰ ਰਹੀ ਆ। ਮੈਂ ਕਹਿੰਦਾ ਇਹ ਕਈ ਵਾਰੀ ਕਈ ਬੰਦੇ ਕਹਿੰਦੇ ਆ ਜੀ, ਮੈਂ ਕਹਿੰਦਾ ਰਾਹੁਲ ਗਾਂਧੀ ਇੱਕ ਵਧੀਆ ਲੀਡਰ ਹੈਗਾ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਲਾਉ ਕਰਦੇ ਆ। ਉਹਦੇ ਨਾਲ ਹੁੰਦਾ ਕੀ ਆ, ਸਮਾਜ ਦੇ ਵਿੱਚ ਵੀ ਸਾਨੂੰ ਕਿਸੇ ਚੀਜ਼ ਤੋਂ ਲੁਕਾਉਣ ਦੀ ਕੀ ਜ਼ਰੂਰਤ ਹੈ? ਜੇ ਮਾੜਾ ਆ ਤਾਂ ਫਿਰ ਮਾੜਾ ਆ, ਤਾਂ ਫਿਰ ਐਡੀ ਵੀ ਕੀ ਗੱਲ ਹੈ? ਜੇ ਸਾਡਾ ਵੀ ਕੋਈ ਮਾੜਾ ਆ ਤਾਂ ਫਿਰ ਲੋਕਾਂ ਦੇ ਸਾਹਮਣੇ ਆਵੇ ਨਾ। ਇਹਦੇ ਨਾਲ ਹੌਲਾ ਹੌਲੀ ਜਿਹੜੀ ਡੈਮੋਕ੍ਰੇਸੀ ਉਹ ਕਲੀਨ ਹੋਊਗੀ, ਡੈਮੋਕ੍ਰੇਸੀ ਸਾਫ਼ ਸੁਥਰੇ ਪਾਸੇ ਨੂੰ ਵਧੂਗੀ। ਤੁਸੀਂ ਆਉਣ ਵਾਲੇ ਦੇਖੋ, ਮੈਂ ਤਾਂ ਹਮੇਸ਼ਾ ਜਿੰਨੀਆਂ ਟੀਮਾਂ 'ਚ ਖੇਡਿਆ, ਕਿਉਂਕਿ ਯੂਰਪ ਦੇ ਵਿੱਚ ਵੀ ਲੀਗ ਲੂਗ ਖੇਡਦਾ ਰਿਹਾ, ਆਸਟ੍ਰੇਲੀਆ 'ਚ ਵੀ ਖੇਡਦਾ ਰਿਹਾ, ਉਹਨਾਂ ਕੰਟਰੀਆਂ ਦੇ ਵਿੱਚ ਅੱਛਾ ਬੰਦੇ ਬੜੇ ਖੁਸ਼ੀ ਨਾਲ ਇਹ ਗੱਲ ਐਕਸੈਪਟ ਕਰ ਲੈਂਦੇ ਆ ਕਿ ਯਾਰ ਮੇਰੇ ਕੋਲ ਗਲਤੀ ਹੋ ਗਈ। ਸਾਡਾ ਬੰਦਾ ਗਲਤੀ ਮੰਨਣ ਨੂੰ ਤਿਆਰ ਹੀ ਨਹੀਂ ਹੈ। ਮੰਨ ਲਓ ਤਾਂ ਫਿਰ ਕੀ ਹੋਇਆ? ਇਹ ਕੋਈ ਐਡਾ ਕੋਈ ਪਹਾੜ ਕੈਪਟਨ ਗਲਤੀ ਸੀ 2017 ਵਿੱਚ? ਹਾਂ, ਨਹੀਂ 2017 'ਚ ਗਲਤੀ ਨਹੀਂ ਸੀ, ਲੇਕਿਨ ਬਾਅਦ ਵਾਲੀ ਪਰਫਾਰਮੈਂਸ ਗਲਤ ਸੀ। ਬਾਅਦ ਵਾਲੀ ਜਿਹੜੀ ਪਰਫਾਰਮੈਂਸ ਆ, ਉਹ ਜਿੰਨੀ ਪਰਫਾਰਮੈਂਸ ਹੋਣੀ ਚਾਹੀਦੀ ਸੀ, ਜੋ ਉਸ ਬੰਦੇ ਦਾ ਐਕਸਪੀਰੀਅੰਸ ਸੀਗਾ, ਜੋ ਉਸ ਬੰਦੇ ਦਾ ਕੱਦ ਸੀ, ਜੋ ਪੰਜਾਬ ਲਈ ਕਰ ਸਕਦਾ ਸੀ, ਮੈਨੂੰ ਅਫਸੋਸ ਤਾਂ ਇਸ ਗੱਲ ਦਾ ਹੈਗਾ ਵੀ ਉਹ ਨਹੀਂ ਕੀਤਾ। ਸੁਨੀਲ ਜਾਖੜ ਦੀ ਤਸਵੀਰ ਤੁਸੀਂ ਲਗਾਈ ਹੋਈ ਹੈ ਉਹਨੂੰ ਪੋਸਟਰ ਦੇ ਵਿੱਚ, ਬਾਕੀ ਹਲਕਿਆਂ ਵਿੱਚ ਕਿਤੇ ਦਿਖਾਈ ਦਿੰਦੀ ਨਹੀਂ ਹੋ, ਤੁਸੀਂ ਇਕੱਲੇ ਨੇ। ਮੇਰੇ ਸ਼ਾਇਦ ਜੇ ਮੈਂ ਜਿੰਨੇ ਹਲਕਿਆਂ 'ਚ ਗਿਆ ਤੁਹਾਡੀ ਤਸਵੀਰ, ਤੁਹਾਡੀ ਫੋਟੋ ਦੇ ਨਾਲ ਫੋਟੋ ਦੇਖੀ ਸੁਨੀਲ ਜਾਖੜ ਦੀ। ਨਹੀਂ, ਜਾਖੜ ਸਾਡਾ ਇੱਕ ਵਧੀਆ ਲੀਡਰ ਹੈ। ਜਿੱਤਣਾ ਹਾਰਨਾ ਇੱਕ ਗੱਲ ਹੈ, ਇੱਕ ਚੰਗਾ ਕਿਰਦਾਰ ਤਾਂ ਹੈ ਨਾ, ਪੰਜਾਬ ਦੀ ਤਰਜਮਾਨੀ ਕਰਦਾ ਕਿਰਦਾਰ ਤਾਂ ਹੈ। ਸੋ ਇਸ ਕਰਕੇ ਨਵਜੋਤ ਦੇ ਕੋਲ ਆਪਣੀਆਂ ਪਲੱਸ ਪੁਆਇੰਟ ਹੈਗੇ ਆ, ਜਾਖੜ ਕੋ ਆਪਣੇ ਪਲੱਸ ਪੁਆਇੰਟ ਹੈਗੇ ਆ, ਚੰਨੀ ਹੋਣਾ ਕੋ ਆਪਣੇ ਪਲੱਸ ਪੁਆਇੰਟ ਹੈਗੇ ਆ। ਮੈਂ ਹਮੇਸ਼ਾ ਜ਼ਿੰਦਗੀ ਦੇ ਵਿੱਚ ਅੱਧਾ ਗਲਾਸ ਭਰਿਆ ਹੋਇਆ ਦੇਖਦਾ, ਅੱਧਾ ਖਾਲੀ ਨਹੀਂ ਦੇਖਦਾ, ਕਿਉਂਕਿ ਜਦੋਂ ਤੁਸੀਂ ਉਹਦੀਆਂ ਬੁਰਾਈਆਂ ਬੰਦੇ ਦੀਆਂ ਦੇਖਣ ਲੱਗ ਪਓਗੇ ਫਿਰ ਤੁਸੀਂ ਉਹਨੂੰ ਡਿਫਰੈਂਟ ਐਂਗਲ ਨਾਲ ਦੇਖਦੇ ਆ। ਜਦੋਂ ਤੁਸੀਂ ਉਹਦੀਆਂ ਚੰਗਿਆਈਆਂ ਦੇਖਦੇ ਆ ਫਿਰ ਤੁਸੀਂ ਉਹਨੂੰ ਅਲੱਗ ਐਂਗਲ ਨਾਲ। ਬਾਬਕ ਉਹ ਵੀ ਹਮਲੇ ਕਰਦੇ ਸੀ, ਜਾਖੜ ਸਾਹਿਬ ਵੀ ਬੋਲਦੇ ਸੀ ਕੈਪਟਨ ਦੇ ਖਿਲਾਫ, ਤੁਹਾਨੂੰ ਯਾਦ ਹੋਣਾ। ਉਹ ਵੀ ਕਹਿੰਦੇ ਸੀ ਵੀ ਚੇਂਜ ਹੋਣਾ ਚਾਹੀਦਾ, ਤੁਸੀਂ ਸਾਰੇ ਇੱਕ ਪਾਸੇ ਆ ਗਏ ਸੀ ਉਦੋਂ। ਹਾਂ, ਡੈਫੀਨੇਟਲੀ ਅਸੀਂ ਸਾਰਿਆਂ ਨੇ ਜੋ ਕੀਤਾ ਹੈਗਾ ਰਲ ਕੇ ਕੀਤਾ ਹੈਗਾ। ਇਹ ਸਾਰੀ ਗੱਲਬਾਤ ਸੁਣੀ। ਸਾਡੇ ਨਾਲ ਮੌਜੂਦ ਸਨ ਪ੍ਰਗਟ ਸਿੰਘ। ਲਗਾਤਾਰ ਹੀ ਸਿਆਸੀ ਵਾਦ ਇੱਕ ਦੂਜੇ ਦੇ ਕੀਤੇ ਜਾ ਰਹੇ ਨੇ, ਉਮੀਦਵਾਰ ਐਲਾਨੇ ਜਾ ਰਹੇ ਨੇ, ਤਾਂ ਅਲੱਗ-ਅਲੱਗ ਹਲਕਿਆਂ ਵਿੱਚ ਜਾ ਕੇ ਤੁਹਾਨੂੰ ਅਸੀਂ ਬਾਕੀ ਹਲਕੇ ਦਾ ਵੀ ਹਾਲ ਦੱਸਾਂਗੇ, ਬਾਕੀ ਉਮੀਦਵਾਰ ਕਿਸ ਤਰੀਕੇ ਨਾਲ ਜਾ ਕੇ ਆਪਣੀ ਗੱਲ ਰੱਖਦੇ ਨੇ। ਲੋਕਤੰਤਰ 'ਚ ਲੋਕ ਵੱਡੇ ਨੇ। 20 ਤਰੀਕ ਨੂੰ ਵੋਟਾਂ ਆਉਣ ਦੇ 10 ਮਾਰਚ ਨੂੰ ਜਾ ਕੇ ਰਿਜ਼ਲਟ ਆਉਣਗੇ। ਕੌਣ ਕਿਹੜੇ ਹੱਕ ਵਿੱਚ ਨਿੱਤਰੂਗਾ ਇਹ 10 ਮਾਰਚ ਨੂੰ ਪਤਾ ਲੱਗੇਗਾ। ਸਾਡੇ ਨਾਲ ਜੁੜੇ ਦੇ ਨਾਲ ਤੁਹਾਨੂੰ ਪੰਜਾਬ ਦੀ ਪਲ ਪਲ ਦੀ ਅਪਡੇਟ ਦਿੰਦੇ ਰਹਾਂਗੇ।